ਸੰਜੀਵਨੀ ਬੂਟੀ ਜਿਹੜੀ ਕਰੋੜਪਤੀ ਬਣਾ ਰਹੀ ਹੈ, ਸਾਡਾ ਕਿਸਾਨ ਤਾਂ ਖੁਦਕੁਸ਼ੀਆਂ ਕਰ ਰਿਹਾ ਪੰਜਾਬ ਵਾਲਾ ਜਾਂ ਹੋਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ। ਦੇਖੋ ਜੀ, ਇਹ ਸੰਜੀਵਨੀ ਬੂਟੀ ਤੇ ਉਹੀ ਦੱਸ ਸਕਦੇ ਨੇ ਜਾਂ ਮੋਦੀ ਸਾਹਿਬ ਦੱਸਣ ਕਿ ਇਹ ਇਹੋ ਜਿਹਾ ਕੀ ਕਰਦੇ ਨੇ, ਕਿਹੜੀ ਮੋਤੀਆਂ ਦੀ ਫਸਲ ਬੀਜਦੇ ਨੇ ਜਿਹੜੇ ਇਹ ਰਾਤੋਂ ਰਾਤ ਕਰੋੜਪਤੀ ਹੋ ਰਹੇ ਨੇ ਤੇ ਜਿਹੜੇ ਸਾਡੇ ਵਾਲੇ ਕਿਸਾਨ ਨੇ ਫਾਹਾ ਲੈਣ ਨੂੰ ਮਜਬੂਰ ਨੇ। ਦੇਖੋ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਇਸ ਮੁੱਦੇ ਨੂੰ ਚੱਲਦਿਆਂ ਕਿੰਨੇ ਮਹੀਨੇ ਹੋ ਚੱਲੇ ਹੁਣ, ਹਜੇ ਤੱਕ ਇਹ ਮੁੱਦਾ ਸੁਲਝਿਆ ਨਹੀਂ। ਕਿਉਂ ਨਹੀਂ ਸੁਲਝਿਆ ਧੁੰਨਾ ਸਾਹਿਬ? ਕਿਉਂਕਿ ਹਜੇ ਤੱਕ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਸਾਨ ਆਏ ਨਹੀਂ। ਇੱਧਰੋਂ ਤੇ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਲੇਕਿਨ ਸਰਕਾਰ ਨੇ ਜਿਹਨੂੰ ਕ੍ਰਿਸ਼ੀ ਮੰਤਰੀ ਬਣਾ ਕੇ ਸਾਡੇ ਸਿਰ ਤੇ ਬਿਠਾਇਆ ਆ, ਮੈਂ ਤੋਮਰ ਸਾਹਿਬ ਦੀ ਗੱਲ ਕਰ ਰਿਹਾ, ਮੈਂ ਉਹਨਾਂ ਦੇ ਜਦੋਂ ਐਫੀਡੇਵਿਟ ਆਰਟੀਆਈ ਦੇ ਵਿੱਚ ਦੇਖੇ ਤੇ ਉਹਨਾਂ ਨੇ ਉੱਥੇ ਆਪਣਾ ਕੀਤਾ ਜਿਹੜਾ ਆ ਉਹ ਕ੍ਰਿਸ਼ੀ ਲਿਖਿਆ ਹੀ ਨਹੀਂ ਹੈਗਾ, ਉਹਨਾਂ ਕੋਲ ਕ੍ਰਿਸ਼ੀ ਦੀ ਜ਼ਮੀਨ ਹੀ ਹੈ ਨਹੀਂਗੀ। ਤੇ ਉਧਰੋਂ ਪਿਊਸ਼ ਗੋਇਲ ਨੂੰ ਅੱਗੇ ਲਾਇਆ ਹੋਇਆ, ਪਿਊਸ਼ ਗੋਇਲ ਵੀ ਕਿਸਾਨ ਨਹੀਂ ਹੈਗੇ। ਤੇ ਤੁਸੀਂ ਇਹ ਦੱਸੋ ਜਿਹੜੇ ਬੰਦੇ ਕਿਸਾਨ ਹੈ ਹੀ ਨਹੀਂ ਉਹ ਕਿਸਾਨਾਂ ਦਰਦ ਕਿਵੇਂ ਸਮਝਣਗੇ? ਕਿ ਪਹਿਲਾਂ ਇਹਨਾਂ ਨੇ ਇੱਕ ਹੁਣੇ ਕਿਹਾ ਵੀ ਆਪਣੇ ਮਾਵਾਂ ਭੈਣਾਂ ਨੂੰ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਬੀਬੀਆਂ ਨੇ ਉਹਨਾਂ ਨੂੰ ਇਹਨਾਂ ਨੇ ਫ੍ਰੀ ਬੱਸ ਸੇਵਾ ਸਰਵਿਸ ਦੀ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ, ਪਰ ਇਹ ਇੱਥੇ ਕਲੀਅਰ ਕਰਨ ਦੇ ਵਿੱਚ ਭੱਜ ਰਹੇ ਨੇ। ਅਸੀਂ ਇਹਨਾਂ ਨੂੰ ਪੁੱਛਿਆ, ਕਾਂਗਰਸੀ ਨਾਲ ਮੇਰੀ ਲਾਈਵ ਇੰਟਰਵਿਊ ਚੱਲਦੀ ਸੀ ਚੈਨਲ ਤੇ, ਮੈਂ ਉਹਨਾਂ ਨੂੰ ਪੁੱਛਿਆ ਕਿ ਬਾਈ ਇਹ ਪੀਆਰਟੀਸੀ ਆ, ਪੈਪਸੂ ਆ ਜਾਂ ਪੰਜਾਬ ਰੋਡਵੇਜ਼ ਆ, ਕਿ ਤੁਸੀਂ ਤਿੰਨਾਂ ਨੂੰ ਦੇ ਰਹੇ ਹੋ, ਜੇ ਕਿਸੇ ਇੱਕ ਨੂੰ ਦੇ ਰਹੇ ਤੇ ਤਿੰਨਾਂ 'ਚ ਕਿਉਂ ਨਹੀਂ? ਕਿ ਇਹਦੇ ਵਿੱਚ ਏਸੀ ਬੱਸ ਇਨਕਲੂਡ ਆ? ਤੇ ਉਹ ਇਸ ਗੱਲ ਤੋਂ ਭੱਜ ਜਾਂਦੇ ਨੇ, ਉਹ ਇਸ ਗੱਲ ਦਾ ਖੁੱਲ੍ਹ ਕੇ ਜਵਾਬ ਨਹੀਂ ਦਿੰਦੇ। ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਬੇਰੋਜ਼ਗਾਰ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ, ਉਹਨਾਂ ਦੇ ਉੱਤੇ ਵਿੱਤ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ। ਫਿਰ ਇਹਨਾਂ ਨੇ ਕਿਹਾ ਸੀ ਕਿ ਮੈਂ ਵੱਧ ਤੋਂ ਵੱਧ ਰੁਜ਼ਗਾਰ ਦੇਵਾਂਗਾ, ਜੇ ਰੁਜ਼ਗਾਰ ਨਾ ਦੇ ਪਾਇਆ ਤੇ ਬੇਰੋਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਊਂਗਾ 2500 ਰੁਪਈਆ। ਉਹਦੇ ਉੱਤੇ ਕੋਈ ਗੱਲਬਾਤ ਨਹੀਂ, ਨਾ ਦਿੱਤਾ ਨਾ ਗੱਲ ਕੀਤੀ। ਫਿਰ ਇਹਨਾਂ ਨੇ ਕਿਹਾ ਜੀ ਜਿਹੜੇ ਇਲੈਕਟ੍ਰਿਸਿਟੀ ਬਿੱਲ ਨੇ ਉਹ ਮੈਂ 5 ਰੁਪਏ ਪਰ ਯੂਨਿਟ ਲੈ ਕੇ ਆਊਂਗਾ। ਉਹ 5 ਰੁਪਏ ਛੱਡੋ, ਮੇਰੇ ਖਿਆਲ ਉਹ ਦਿਨ ਪ੍ਰਤੀ ਦਿਨ ਵੱਧ ਰਹੇ ਨੇ। ਪਰ ਐਡਾ ਖਿਲਾਫ ਪੈਦਾ ਹੋਇਆ, ਕਿਸਾਨੀ ਅੰਦੋਲਨ ਚੱਲਿਆ, 9 ਤੋਂ 10 ਮਹੀਨੇ ਸਾਨੂੰ ਉੱਥੇ ਕਿਸਾਨੀ ਅੰਦੋਲਨ ਨੂੰ ਹੋ ਗਏ। ਬੀਜੇਪੀ ਫਿਰ ਸੀਟਾਂ ਜਿੱਤ ਗਈ। ਸੁਖਬੀਰ ਬਾਲ ਦੀ ਰੈਲੀਆਂ ਤੇ ਉਹਨਾਂ ਇਕੱਠ ਹੋ ਰਿਹਾ ਵਾ, ਕੈਪਟਨ ਦੀਆਂ ਰੈਲੀਆਂ ਤੇ ਉਹਨਾਂ ਇਕੱਠ ਹੋ ਰਿਹਾ ਵਾ, ਆ ਝਾੜੂ ਵਾਲੇ ਰੈਲੀ ਕਰਦੇ ਆ ਉੱਥੇ ਉਹਨਾਂ ਇੱਕ ਢੋਲ ਤੇ ਡਗਾ ਵਜਾਇਆ ਜਾ ਰਿਹਾ। ਕਿੱਥੇ ਖੜੇ ਆ ਅਸੀਂ? ਪ੍ਰਾਈਮ ਮੁੱਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਥੋੜੀ ਮੁਲਾਕਾਤ ਕਰਾਵਾਂਗੇ ਅਸੀਂ ਅਜੇ ਸ਼ਰਮਾ ਜੀ ਨਾਲ, ਜਿਹੜੇ ਆਰਟੀਆਈ ਦੇ ਐਕਟਿਵਿਸਟ ਨੇ। ਆਰਟੀਆਈ ਰਾਹੀਂ ਵੱਖ-ਵੱਖ ਜਿਹੜੀ ਜਾਣਕਾਰੀਆਂ ਨੇ ਸਰਕਾਰਾਂ ਦੀਆਂ, ਲੀਡਰਾਂ ਦੇ ਜਿਹੜੇ ਕਾਲੇ ਕਾਰਨਾਮੇ ਨੇ ਉਹ ਜਨਤਾ ਦੇ ਸਾਹਮਣੇ ਲਿਆਉਂਦੇ ਨੇ, ਲੋਕਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਚਰਚਾ ਆਮ ਕਰਦੇ ਸਾਡੇ ਨਾਲ ਨਜ਼ਰ ਆਉਂਦੇ ਨੇ। ਸੋ ਅਜੇ ਸ਼ਰਮਾ ਸਾਡੇ ਨਾਲ ਬੈਠੇ ਨੇ, ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਦੀ, ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੁਆਰਾ 4 ਸਾਲਾਂ ਵਿੱਚ ਕੀਤੇ ਵਾਅਦੇ ਦੀ ਤੇ ਬਜਟ ਪੇਸ਼ ਦੀ ਕੀ ਸਰਕਾਰ ਨੇ ਕੀਤਾ। ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਧੁੰਨਾ ਸਾਹਿਬ, ਬਹੁਤ ਬਹੁਤ ਸ਼ਰਮਾ ਜੀ, ਸ਼ੁਕਰੀਆ। ਪਹਿਲਾ ਸਵਾਲ ਇਹੀ ਹੈ, ਕਿਸਾਨੀ ਮਸਲੇ ਤੇ ਗੱਲ ਕਰਾਂਗੇ, ਨਰਿੰਦਰ ਤੋਮਰ ਹੋਣਾ ਨੂੰ ਤੇ ਜਾਂ ਪਿਊਸ਼ ਗੋਇਲ ਹੋਰਾਂ ਦੀ ਗੱਲ ਕਰ ਲਈਏ, ਕਿਉਂਕਿ ਗੱਲ ਕਰਨ ਨੂੰ ਮੇਰਾ ਕਹਿ ਰਹੀ ਮੈਂ ਕਿਸਾਨੀ ਮੁੱਦੇ 'ਤੇ ਗੱਲ ਕਰਦਾ, ਪਰ ਮੈਨੂੰ ਕਿਸਾਨੀ ਦਾ ਪੂਰਾ ਜਿਹੜਾ ਨਹੀਂ ਪਤਾ ਹੈਗਾ, ਪਰ ਮੈਂ ਗੱਲ ਕਰ ਸਕਦਾ, ਮੈਂ ਅਧਿਕਾਰਤ ਨਹੀਂ ਹੈਗਾ। ਘੱਟੋ ਘੱਟ ਅਧਿਕਾਰਤ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਕੀ ਹੈਗੀ ਖੇਤੀਬਾੜੀ ਨੂੰ ਮੰਨ ਕੇ ਚੱਲੀਏ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਕਿ ਘੱਟੋ ਘੱਟ ਉਹ ਬੰਦਾ ਕਿਸਾਨ ਤੇ ਹੋਣਾ ਚਾਹੀਦਾ ਆ। ਦੇਖੋ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਇਸ ਮੁੱਦੇ ਨੂੰ ਚੱਲਦਿਆਂ ਕਿੰਨੇ ਮਹੀਨੇ ਹੋ ਚੱਲੇ ਹੁਣ, ਹਜੇ ਤੱਕ ਇਹ ਮੁੱਦਾ ਸੁਲਝਿਆ ਨਹੀਂ। ਕਿਉਂ ਨਹੀਂ ਸੁਲਝਿਆ ਧੁੰਨਾ ਸਾਹਿਬ? ਕਿਉਂਕਿ ਹਜੇ ਤੱਕ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਸਾਨ ਆਏ ਨਹੀਂ। ਇੱਧਰੋਂ ਤੇ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਲੇਕਿਨ ਸਰਕਾਰ ਨੇ ਜਿਹਨੂੰ ਕ੍ਰਿਸ਼ੀ ਮੰਤਰੀ ਬਣਾ ਕੇ ਸਾਡੇ ਸਿਰ ਤੇ ਬਿਠਾਇਆ ਆ, ਮੈਂ ਤੋਮਰ ਸਾਹਿਬ ਦੀ ਗੱਲ ਕਰ ਰਿਹਾ, ਮੈਂ ਉਹਨਾਂ ਦੇ ਜਦੋਂ ਐਫੀਡੇਵਿਟ ਆਰਟੀਆਈ ਦੇ ਵਿੱਚ ਦੇਖੇ ਤੇ ਉਹਨਾਂ ਨੇ ਉੱਥੇ ਆਪਣਾ ਕੀਤਾ ਜਿਹੜਾ ਆ ਉਹ ਕ੍ਰਿਸ਼ੀ ਲਿਖਿਆ ਹੀ ਨਹੀਂ ਹੈਗਾ, ਉਹਨਾਂ ਕੋਲ ਕ੍ਰਿਸ਼ੀ ਦੀ ਜ਼ਮੀਨ ਹੀ ਹੈ ਨਹੀਂਗੀ। ਤੇ ਉਧਰੋਂ ਪਿਊਸ਼ ਗੋਇਲ ਨੂੰ ਅੱਗੇ ਲਾਇਆ ਹੋਇਆ, ਪਿਊਸ਼ ਗੋਇਲ ਵੀ ਕਿਸਾਨ ਨਹੀਂ ਹੈਗੇ। ਤੇ ਤੁਸੀਂ ਇਹ ਦੱਸੋ ਜਿਹੜੇ ਬੰਦੇ ਕਿਸਾਨ ਹੈ ਹੀ ਨਹੀਂ ਉਹ ਕਿਸਾਨਾਂ ਦਰਦ ਕਿਵੇਂ ਸਮਝਣਗੇ? ਤੇ ਦੂਸਰੀ ਗੱਲ, ਹੁਣ ਜਦੋਂ ਤੁਸੀਂ ਕਿਸਾਨੀ ਦੀ ਗੱਲ ਆਉਂਦੀ ਆ, ਮੈਂ ਇੱਕ ਸਰਵੇ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ ਕਿ ਇਸ ਟਾਈਮ ਸਾਡੇ ਭਾਰਤ ਦੇ ਜਿਹੜੇ ਐਮਪੀ ਬੈਠੇ ਨੇ, ਐਮਪੀ ਸਾਹਿਬਾਨ ਨੇ ਟੋਟਲ, ਉਹਨਾਂ ਦੇ ਵਿੱਚੋਂ 216 ਐਮਪੀ ਇੱਦਾਂ ਦੇ ਨੇ ਜਿਹੜੇ ਕੀਤਾ ਆਪਣਾ ਕਿਸਾਨ ਲਿਖਿਆ ਨਾ, ਉਹ ਕਿਸਾਨ ਆ। ਔਰ ਜਦੋਂ ਮੈਂ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਚੱਲਿਆ, ਉਹਨਾਂ ਇਨਕਮ ਲੈ ਕੇ ਚੱਲਿਆ, ਤੇ ਪ੍ਰਭੂ ਜੀ ਉਹ 92% ਐਮਪੀ ਉਹਨਾਂ ਵਿੱਚੋਂ ਜਿਨ੍ਹਾਂ ਨੇ ਕਿਸਾਨ ਦੱਸਿਆ ਉਹ ਕਰੋੜਪਤੀ ਨੇ, ਤੇ 8% ਜਿਹੜੇ ਨੇ ਉਹ ਉਹਨਾਂ ਚੋਂ ਲੱਖਪਤੀ ਨੇ। ਜਿਹੜੀ ਸੰਜੀਵਨੀ ਬੂਟੀ ਜਿਹੜੀ ਕਰੋੜਪਤੀ ਬਣਾ ਰਹੀ ਹੈ, ਸਾਡਾ ਕਿਸਾਨ ਤਾਂ ਖੁਦਕੁਸ਼ੀਆਂ ਕਰ ਰਿਹਾ ਪੰਜਾਬ ਵਾਲਾ ਜਾਂ ਹੋਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ। ਦੇਖੋ ਜੀ, ਇਹ ਸੰਜੀਵਨੀ ਬੂਟੀ ਤੇ ਉਹੀ ਦੱਸ ਸਕਦੇ ਨੇ ਜਾਂ ਮੋਦੀ ਸਾਹਿਬ ਦੱਸਣ ਕਿ ਇਹ ਇਹੋ ਜਿਹਾ ਕੀ ਕਰਦੇ ਨੇ, ਕਿਹੜੀ ਮੋਤੀਆਂ ਦੀ ਫਸਲ ਬੀਜਦੇ ਨੇ ਜਿਹੜੇ ਇਹ ਰਾਤੋਂ ਰਾਤ ਕਰੋੜਪਤੀ ਹੋ ਰਹੇ ਨੇ ਤੇ ਜਿਹੜੇ ਸਾਡੇ ਵਾਲੇ ਕਿਸਾਨ ਨੇ ਫਾਹਾ ਲੈਣ ਨੂੰ ਮਜਬੂਰ ਨੇ।
ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਕਿ ਜਿਹੜੀ ਇਹਨਾਂ ਦਾ ਕੀਤਾ ਆ, ਇਹਨਾਂ ਦੀ ਜਿਹੜੀ ਇਨਕਮ ਆਏ ਇੱਕ ਐਮਪੀ ਦੀ ਤਕਰੀਬਨ ਸੈਲਰੀ ਜਿਹੜੀ ਇਨਸੈਂਟਿਵ ਪਾ ਕੇ ਪੌਣੇ 2 ਲੱਖ ਜਾਂ 2 ਲੱਖ ਦੇ ਨੀਅਰ ਅਬਾਊਟ ਆਉਂਦੀ ਆ, ਤੇ ਇੱਕ ਕਿਸਾਨ ਨੂੰ ਮੇਰੇ ਖਿਆਲ ਨਾਲ ਸਾਲ ਦਾ 2 ਲੱਖ ਨਹੀਂ ਬਚਦਾ। ਤੇ ਉਹ ਜਿਹੜਾ ਕੀਤਾ ਆ ਉਹ ਕਿੱਥੋਂ ਆਊਗਾ, ਸਾਡੀ ਸਮਝ ਤੋਂ ਹਜੇ ਤੱਕ ਬਾਹਰ ਆ। ਸੋ ਸ਼ਰਮਾ ਜੀ ਚਲੋ ਆਪਾਂ ਗੱਲ ਅੱਗੇ ਤੋਰਦੇ ਹਾਂ। ਪੰਜਾਬ ਸਰਕਾਰ ਨੇ ਬਜਟ ਵੀ ਪੇਸ਼ ਕੀਤਾ ਵਾ, ਵੱਡੇ ਵਾਅਦੇ ਵੀ ਕੀਤੇ ਆ, ਤੇ ਢੋਲ ਨਗਾਰੇ ਤੇ ਕਿਹਾ ਜਾ ਰਿਹਾ ਵੀ ਜਿਹੜੇ ਅਸੀਂ ਵਾਅਦੇ 2017 ਚ ਕੀਤੇ ਸੀ ਉਹ ਲਗਭਗ ਪੂਰੇ ਕਰ ਲਏ ਆ, ਜਿਹੜੇ ਥੋੜੇ 2 4 5 7 ਰਹਿ ਗਏ ਨੇ ਉਹ ਆਉਂਦੇ ਆ 7 8 ਮਹੀਨੇ 'ਚ ਪੂਰੇ ਕਰ ਲਏ ਜਾਣਗੇ। ਦੇਖੋ ਜੀ, ਇਹ ਮੇਰੇ ਖਿਆਲ ਨਾਲ ਪਹਿਲਾਂ ਤੇ ਇਹ ਸਰਕਾਰ 4 ਸਾਲ ਕਿੱਥੇ ਸੀਗੀ ਤੁਲਾ ਜੀ। 4 ਸਾਲ ਮੈਂ ਇਹ ਗੱਲ ਬਾਕੀ ਇੰਟਰਵਿਊਜ਼ ਦੇ ਵਿੱਚ ਵੀ ਕਹੀ ਆ ਵੀ ਜਿਹੜਾ ਸਾਡਾ ਖਜ਼ਾਨਾ ਮੰਤਰੀ ਆ, ਇਹ ਖਜ਼ਾਨਾ ਮੰਤਰੀ ਨਹੀਂ ਆ, ਇਹਨੂੰ ਮੈਂ ਸ਼ੁਰੂ ਤੋਂ ਹੀ ਪੀਪਾ ਮੰਤਰੀ ਕਹਿੰਦਾ ਆ, ਕਿਉਂਕਿ ਖਜ਼ਾਨਾ ਮੰਤਰੀ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਖਜ਼ਾਨਾ ਹੁੰਦਾ। ਇਹ ਤੇ ਰੋਲਾ ਪਾਉਂਦਾ ਰਹਿੰਦਾ ਵੀ ਖਜ਼ਾਨਾ ਹੈ ਹੀ ਨਹੀਂ, ਖਾਲੀ ਹੈ। ਅੱਜ 4 ਸਾਲ ਬਾਅਦ ਜਦੋਂ ਇਲੈਕਸ਼ਨ ਆਉਣ ਵਾਲੇ ਨੇ ਤੇ ਖਜ਼ਾਨਾ ਇੱਕੋਦਮ ਭਰ ਜਾਂਦਾ ਆ। ਅੱਛਾ, ਇਹ ਫੇਰ ਫ੍ਰੀ ਦੇਣ ਲੱਗ ਪੈਂਦੇ ਨੇ ਸਭ ਕੁਝ। ਮੈਂ ਇਸ ਚੀਜ਼ ਦੇ ਵਿਰੋਧ 'ਚ ਨਹੀਂ ਆ ਕਿ ਕਿਸੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਆ, ਪਰ ਇੱਕ ਪਾਸੇ ਖਜ਼ਾਨਾ ਖਾਲੀ ਹੋਵੇ, ਤੁਸੀਂ ਕਰਜ਼ਾਈ ਹੋਵੋ। ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਪਹਿਲਾਂ ਇਹਨਾਂ ਨੇ ਹੁਣੇ ਕਿਹਾ ਵੀ ਆਪਣੇ ਮਾਵਾਂ ਭੈਣਾਂ ਨੂੰ, ਜਿਹੜੀਆਂ ਆਪਣੀਆਂ ਪੰਜਾਬ ਦੀਆਂ ਬੀਬੀਆਂ ਨੇ, ਉਹਨਾਂ ਨੂੰ ਇਹਨਾਂ ਨੇ ਫ੍ਰੀ ਬੱਸ ਸੇਵਾ ਸਰਵਿਸ ਦੀ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ, ਪਰ ਇਹ ਇੱਥੇ ਕਲੀਅਰ ਕਰਨ ਦੇ ਵਿੱਚ ਭੱਜ ਰਹੇ ਨੇ। ਅਸੀਂ ਇਹਨਾਂ ਨੂੰ ਪੁੱਛਿਆ, ਕਾਂਗਰਸੀ ਨਾਲ ਮੇਰੀ ਲਾਈਵ ਇੰਟਰਵਿਊ ਚੱਲਦੀ ਸੀ ਚੈਨਲ ਤੇ, ਮੈਂ ਉਹਨਾਂ ਨੂੰ ਪੁੱਛਿਆ ਕਿ ਬਾਈ ਇਹ ਪੀਆਰਟੀਸੀ ਆ, ਪੈਪਸੂ ਆ ਜਾਂ ਪੰਜਾਬ ਰੋਡਵੇਜ਼ ਆ, ਕਿ ਤੁਸੀਂ ਤਿੰਨਾਂ ਨੂੰ ਦੇ ਰਹੇ ਹੋ? ਜੇ ਕਿਸੇ ਇੱਕ ਨੂੰ ਦੇ ਰਹੇ ਤੇ ਤਿੰਨਾਂ 'ਚ ਕਿਉਂ ਨਹੀਂ? ਕਿ ਇਹਦੇ ਵਿੱਚ ਏਸੀ ਬੱਸ ਇਨਕਲੂਡ ਆ? ਤੇ ਉਹ ਇਸ ਗੱਲ ਤੋਂ ਭੱਜ ਜਾਂਦੇ ਨੇ, ਉਹ ਇਸ ਗੱਲ ਦਾ ਖੁੱਲ੍ਹ ਕੇ ਜਵਾਬ ਨਹੀਂ ਦਿੰਦੇ। ਤੇ ਕੀ ਇਹ ਇੱਕ ਸ਼ਗੂਲਾ ਜਾਂ ਨਹੀਂ ਛੱਡਿਆ ਵੀ ਅਸੀਂ ਕਿਸੇ ਤਰੀਕੇ ਨਾਲ ਇਹਨੂੰ ਮੈਨੇਜਮੈਂਟ ਕਰ ਲਈਏ ਬਸ? ਅੱਛਾ, ਫਿਰ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜਦੋਂ ਕੈਪਟਨ ਸਾਨੂੰ ਵੀਡੀਓ, ਸ਼ਾਇਦ ਤੁਹਾਡੇ ਕੋਲ, ਮੈਨੂੰ ਤੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਆ, ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਬੇਰੋਜ਼ਗਾਰ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਉਹਨਾਂ ਦੇ ਉੱਤੇ ਵਿੱਤ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ। ਫਿਰ ਇਹਨਾਂ ਨੇ ਕਿਹਾ ਸੀ ਕਿ ਮੈਂ ਵੱਧ ਤੋਂ ਵੱਧ ਰੁਜ਼ਗਾਰ ਦੇਵਾਂਗਾ, ਜੇ ਰੁਜ਼ਗਾਰ ਨਾ ਦੇ ਪਾਇਆ ਤੇ ਬੇਰੋਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਊਂਗਾ 2500 ਰੁਪਈਆ। ਉਹਦੇ ਉੱਤੇ ਕੋਈ ਗੱਲਬਾਤ ਨਹੀਂ, ਨਾ ਦਿੱਤਾ ਨਾ ਗੱਲ ਕੀਤੀ। ਫਿਰ ਇਹਨਾਂ ਨੇ ਕਿਹਾ ਜੀ ਜਿਹੜੇ ਇਲੈਕਟ੍ਰਿਸਿਟੀ ਬਿੱਲ ਨੇ ਉਹ ਮੈਂ 5 ਰੁਪਏ ਪਰ ਯੂਨਿਟ ਲੈ ਕੇ ਆਉਂਗਾ। ਉਹ 5 ਰੁਪਏ ਛੱਡੋ, ਮੇਰੇ ਖਿਆਲ ਉਹ ਦਿਨ ਪ੍ਰਤੀ ਦਿਨ ਵੱਧ ਰਹੇ ਨੇ। ਅੱਛਾ, ਜਿਹੜਾ ਕਾਉਸੈਸ ਉੱਤੇ ਜਾਂਦਾ ਆ, ਕਾਉਸੈਸ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਚਲੋ ਬਿਲਕੁਲ ਸਵਾਲ ਵੱਡਾ ਇਹ, ਇੱਕ ਕਲੈਰਿਟੀ ਜੀ ਕਰੋ। ਬਿਜਲੀ ਬਿੱਲ ਕਹਿ ਤਾਂ ਅਸੀਂ 8-10 ਰੁਪਏ ਦਿੰਦੇ ਆ ਯੂਨਿਟ, ਪਰ ਜਦੋਂ ਬਿੱਲ ਆਉਂਦਾ ਵਾ ਇੱਧਰ ਉੱਧਰ ਕਾਉਸੈਸ ਦੀ ਤੁਸੀਂ ਗੱਲ ਕਰ ਲਈ, ਇੱਧਰ ਉੱਧਰ ਟੈਕਸ ਮਿਲਾ ਕੇ ਮੈਨੂੰ ਲੱਗਦਾ ਉਹ 12-15 ਰੁਪਏ ਤੱਕ ਨਹੀਂ ਪਹੁੰਚ ਜਾਂਦਾ ਜਿਹੜਾ ਟੈਕਸ ਹੈਗਾ ਉਹ। ਮੈਂ ਚਾਹੂੰਗਾ ਜੀ, ਦੇਖੋ ਇਹ ਇੱਕ ਮੈਂ ਥੋੜਾ ਜਿਹਾ ਲੋਕਾਂ ਨੂੰ ਸਮਝਾਉਣ ਲਈ ਮੈਂ ਇੱਕ ਡਿਟੇਲ ਲੈ ਕੇ ਆਇਆ ਆਪਣੇ ਨਾਲ। ਇਹ ਦੇਖੋ ਜੀ, ਇਹ ਇੱਕ ਬਿਜਲੀ ਦਾ ਬਿੱਲ ਆ ਜਿਹੜਾ ਮੇਰੇ ਖਿਆਲ ਨਾਲ ਆਮ ਬੰਦਾ ਆਪਣੇ ਘਰਾਂ ਦੇ ਵਿੱਚ ਸਾਰੇ ਸਰਕਾਰ ਜਿਹੜੀ ਦਿੰਦੀ ਆ। ਅੱਛਾ, ਇਹਦੇ ਵਿੱਚ ਤੁਹਾਨੂੰ ਸਮਝ ਨਹੀਂ ਆਉਣਾ ਕਿ ਕਿਹੜਾ ਬਿੱਲ ਕਿਹੜੇ ਚਾਰਜਸ ਇਹਨਾਂ ਨੇ ਲਾਏ ਨੇ ਤੇ ਕਿਹੜੇ ਨਹੀਂ ਲਾਏ। ਇੱਕ ਇਹ ਬਿੱਲ ਆ ਜਿਹੜਾ ਇੰਟਰਨੈਟ ਦੇ ਥਰੂ ਪੰਜਾਬ ਸਰਕਾਰ ਦਿੰਦੀ ਹੈ। ਅੱਛਾ, ਇਹਦੇ ਵਿੱਚ ਜਦੋਂ ਤੁਸੀਂ ਦੇਖੋਗੇ ਧੁੰਨਾ ਸਾਹਿਬ, ਇਹ ਸਾਨੂੰ ਇੱਕ ਤਾਂ FCA ਚਾਰਜਸ ਲਾਉਂਦੇ ਨੇ। FCA ਸਾਨੂੰ ਸਮਝ ਨਹੀਂ ਆਉਣਾ ਕੀ ਆ। ਮੈਂ ਜਦੋਂ ਇਹਦੀ ਪੜਤਾਲ ਕੀਤੀ, ਇਹ ਨਿਕਲਦਾ ਫਿਊਲ ਕੋਸਟ ਐਡਜਸਟਮੈਂਟ। ਦੱਸੋ ਆਮ ਬੰਦੇ ਦਾ ਇਹਦੇ ਨਾਲ ਕੀ ਲੈਣਾ ਦੇਣਾ ਆ? ਫਿਰ ਇਹ ਲਾਉਂਦੇ ਨੇ ED, ਇਲੈਕਟ੍ਰਿਸਿਟੀ ਡਿਊਟੀ। ਸਾਡਾ ਇਹਦੇ ਨਾਲ ਕੀ ਮਤਲਬ ਆ? ਇੱਕ ਪਾਸੇ ਇਹ ਲਾਉਂਦੇ ਨੇ IDF ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਆ। ਇਹ ਦੇਖੋ ਬਿਜਲੀ ਦਾ ਆਮ ਬੰਦੇ ਦਾ ਇਨਫਰਾਸਟ੍ਰਕਚਰ ਦੇ ਨਾਲ ਕੀ ਮਤਲਬ ਆ? ਫਿਰ ਇਹ ਲੈ ਕੇ ਆਉਂਦੇ ਮਿਊਨਿਸਪਲ ਟੈਕਸ, ਫਿਰ ਕਾਉਸੈਸ। ਫਿਰ ਇਹਨਾਂ ਨੇ ਜਿਹਦੀ ਇਹਨਾਂ ਦੀ ਜੋੜ ਕਰਨਾ, ਬਿੱਲ ਬਣ ਲਓ, ਫੋਰ ਐਗਜ਼ਾਮਪਲ ਕਿਸੇ ਦਾ ਬਿੱਲ ਬਣਿਆ 2000 ਯੂਨਿਟ ਦੇ ਹਿਸਾਬ ਨਾਲ, ਪਰ ਜਦੋਂ ਉਹਨੇ ਟੋਟਲ ਪੇ ਕਰਨਾ ਹੋ ਜਾਊਗਾ 3000 ਪਲੱਸ ਟੈਕਸ ਵਗੈਰਾ ਪਾ ਕੇ। ਤੇ ਜੇ ਤੁਸੀਂ ਟੈਕਸ ਇੰਨੇ ਪਾਉਣੇ ਆ ਤੇ ਫਿਰ ਤੁਸੀਂ ਜਿਹੜੇ ਉਹ ਯੂਨਿਟ ਨੇ, ਪਰ ਯੂਨਿਟ ਜਿਹੜੇ ਨੇ, ਉਹ ਤੁਸੀਂ ਕਾਹਦੇ ਲਾ ਰਹੇ ਹੋ? ਸ਼ਰਮਾ, ਇੱਕ ਸਰਕਾਰ ਨੂੰ ਜਦੋਂ ਗੱਲ ਕਰੀਦੀ ਹੈ ਬਿਜਲੀ ਦੇ ਮੁੱਦੇ 'ਤੇ ਗੱਲ ਕਰੀਦੀ ਆ ਤਾਂ ਉਹ ਚਲੋ ਇਹ ਟੈਕਸ ਦੀ ਗੱਲ ਲੱਗ ਛੱਡਦੀ ਏ ਵੀ ਜਿਹੜਾ ਪਰ ਯੂਨਿਟ ਸਾਨੂੰ ਮਹਿੰਗਾ ਮਿਲਦਾ ਪਿਆ ਵਾ, ਉਹ ਪਿਛਲੀ ਸਰਕਾਰ ਕੋਈ ਇਹੋ ਜਿਹੇ ਐਗਰੀਮੈਂਟ ਕਰਕੇ ਗਈ ਹੈ ਕੰਪਨੀਆਂ ਨਾਲ, ਅਜਿਹੇ ਇਕਰਾਰ ਕੀਤੇ ਨੇ ਜਿਹੜੇ ਕੋਰਟ ਵਿੱਚ ਵੀ ਚੈਲੰਜ ਨਹੀਂ ਹੋ ਸਕਦੇ ਹੈਗੇ। ਉਹਦੇ ਵਾਸਤੇ ਅਸੀਂ ਹੋਰ ਸਾਧਨ ਜ਼ਰੂਰ ਲੱਭ ਸਕਦੇ ਹਾਂ ਵੀ ਹੋਰ ਅਸੀਂ ਸਾਧਨਾਂ ਬਿਜਲੀ ਪੈਦਾ ਕੀਤੀ ਜਾਵੇ ਜਾਂ ਹੋਰ ਲੈਂਦੇ ਹੋਵੇ, ਪਰ ਇਹਨੂੰ ਅਸੀਂ ਕੈਂਸਲ ਨਹੀਂ ਕਰ ਸਕਦੇ। ਦੇਖੋ ਜੀ, ਮੈਂ ਨਹੀਂ ਸਮਝਦਾ ਕਿ ਇਦਾਂ ਦਾ ਕੋਈ ਕਾਨੂੰਨ ਹੈਗਾ ਜਿਹੜੀ ਸਰਕਾਰ ਨਾ ਤੋੜ ਸਕਦੀ ਹੋਵੇ। ਮਤਲਬ ਇਹ ਕਾਨੂੰਨ ਮੈਂ ਤਾਂ ਸਮਝਦਾ ਆਪਣੇ ਆਮ ਬੰਦਿਆਂ ਲਈ ਨੇ, ਉਹ ਸਰਕਾਰਾਂ ਲਈ ਕੋਈ ਕਾਨੂੰਨ ਹੁੰਦੇ ਆ। ਤੇ ਮੈਂ ਇਹ ਸਮਝਦਾ ਜੇ ਇਹਨਾਂ ਦੀ ਨੀਤ ਸਾਫ਼ ਹੋਵੇ ਲੋਕਾਂ ਦੇ ਪ੍ਰਤੀ, ਤੇ ਮੈਨੂੰ ਇਹ ਗੱਲ ਦੱਸੋ, ਕਿਸੇ ਨੂੰ ਲੱਗਦਾ ਸੀ ਵੀ ਧਾਰਾ 370 ਟੁੱਟੂਗੀ? ਨਹੀਂ ਲੱਗਦਾ ਜੀ, ਇੰਪੋਸੀਬਲ ਵਰਡ ਸੀਗਾ ਉਹ। ਪਰ CAA ਵਰਗੇ ਜਿਹੜੇ ਕਾਨੂੰਨ ਨੇ ਬਣ ਗਏ, ਉਹ ਚੰਗੇ ਨੇ ਮਾੜੇ ਨੇ, ਉਹ ਡਿਬੇਟ ਦੇ ਮੁੱਦੇ ਨੇ, ਬਾਅਦ ਦੀਆਂ ਗੱਲਾਂ ਨੇ, ਪਰ ਇਹ ਇੰਪੋਸੀਬਲ ਵਰਗੀਆਂ ਲੱਗਦੀਆਂ ਸੀ ਚੀਜ਼ਾਂ। ਰਾਮ ਮੰਦਰ ਵਰਗੇ ਮੁੱਦੇ ਇੰਪੋਸੀਬਲ ਸੀਗੇ, ਪਰ ਅੱਜ ਜੇ ਉਹ ਚੀਜ਼ਾਂ ਬਣ ਸਕਦੀਆਂ
ਜੇ ਸਰਕਾਰ ਕਰਨ ਤੇ ਆਵੇ ਸਭ ਕੁਝ ਹੋ ਸਕਦਾ, ਨੀਤ ਸਾਫ਼ ਹੋਣੀ ਚਾਹੀਦੀ ਆ। ਮੈਂ ਇਹ ਸਮਝਦਾ ਜੇ ਪੁਰਾਣੀ ਸਰਕਾਰ ਮੰਨ ਲਓ ਕੋਈ ਚੰਗਾ ਮਾੜਾ ਕੋਈ ਕਰਕੇ ਗਈ ਆ ਜਾਂ ਉਹਨਾਂ ਨੇ ਕੋਈ ਇਦਾਂ ਦੇ ਕਮਿਟਮੈਂਟ ਕਰਕੇ ਗਈ ਆ ਜਿਹੜੇ ਨਹੀਂ ਚੈਲੰਜ ਹੋ ਸਕਦੇ, ਤੇ ਮੈਂ ਇਹ ਸਮਝਦਾ ਕਿ ਇਹ ਚੈਲੰਜ ਹੋ ਸਕਦੇ ਆ। ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਆ ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥੋਂ ਵਿਕੀ ਹੋਈ ਆ। ਸ਼ਰਮਾ ਜੀ, ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ, ਤੁਸੀਂ ਇੱਕ ਸਮਾਜ ਸੇਵੀ ਦੇ ਤੌਰ ਤੇ ਵਿਚਰ ਰਹੇ ਹੋ, ਤੁਸੀਂ ਹਰੇਕ ਪਾਰਟੀ ਦੇ ਉੱਤੇ ਜਿਹੜਾ ਕਿੰਤੂ ਪ੍ਰੰਤੂ ਕਰਦੇ ਹੋ, ਕਿੰਤੂ ਪ੍ਰੰਤੂ ਨਜਾਇਜ਼ ਨਹੀਂ ਕਰਦੇ, ਜਾਇਜ਼ ਕਰਦੇ ਹੋ। ਵਿਰੋਧੀ ਧਿਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਤੁਸੀਂ? ਪੰਜਾਬ ਦੇ ਜਿਹੜੇ ਵਿਰੋਧੀ ਧਿਰਾਂ ਹੈਗੀਆਂ? ਦੇਖੋ ਜੀ, ਵਿਰੋਧੀ ਧਿਰ ਮੇਰੇ ਖਿਆਲ ਨਾਲ ਇਸ ਟਾਈਮ ਮੈਨੂੰ ਤੇ ਕੋਈ ਦਿਸ ਨਹੀਂ ਰਿਹਾ। ਵਿਰੋਧੀ ਧਿਰ ਜੇ ਥੋੜਾ ਬਹੁਤਾ ਮੈਂ ਦੇਖ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਦੇਖ ਰਿਹਾ, ਜਦ ਕਿ ਵਿਰੋਧੀ ਧਿਰ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਆਪਣੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਦੇ ਵਿੱਚ ਅਸਫਲ ਰਹੀ ਹੈ। ਉਹਦਾ ਕਾਰਨ ਮੈਂ ਸਮਝਦਾ ਇਹਨਾਂ ਦੀ ਆਪਦੀ ਕਲਾ ਹੈ, ਕਿਉਂਕਿ ਇਹ ਅਨਐਕਸਪੀਰੀਅੰਸ ਬੰਦੇ ਨੇ। ਇਹਨਾਂ ਨੂੰ ਜੋ ਵੀ ਗੱਲ ਕਰਨੀ ਆ ਦਿੱਲੀ ਦੇ ਲਈ ਹੁਕਮ ਲੈਣੇ ਪੈਂਦੇ ਨੇ। ਤੇ ਮੈਨੂੰ ਦੱਸੋ, ਪੰਜਾਬ ਦੀ ਅੱਗੇ ਦਿੱਲੀ ਨੇ ਸਾਡਾ ਬਹੁਤ ਨੁਕਸਾਨ ਕੀਤਾ ਆ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਦਾ ਦਿੱਲੀ ਨੇ ਬਹੁਤ ਨੁਕਸਾਨ ਕੀਤਾ ਆ। ਅੱਜ ਫੇਰ ਅਸੀਂ ਦਿੱਲੀ ਤੋਂ ਆਰਡਰ ਲੈਣ ਨੂੰ ਤੁਰ ਪਏ ਆ। ਦੇਖੋ, ਪੰਜਾਬ ਦੀ ਗੱਲ ਪੰਜਾਬੀ ਕਰੂਗਾ, ਉੱਥੇ ਹਿੰਦੂ ਸਿੱਖ ਮੁਸਲਮਾਨ ਦੀ ਗੱਲ ਨਹੀਂ ਆਉਂਦੀ। ਇਹ ਲੋਕ ਜਦੋਂ ਵੀ ਕੋਈ ਗੱਲ ਆਉਂਦੀ ਆ ਇਹ ਫਟਾਫਟ ਵਾਕਆਊਟ ਕਰਨ ਨੂੰ ਕਾਹਲੇ ਪੈ ਜਾਂਦੇ ਆ। ਯਾਰ, ਜਦੋਂ ਤੁਸੀਂ ਗੱਲ ਕਰਨੀ ਆ, ਸਵਾਲ ਦਾ ਜਵਾਬ ਲੈਣਾ ਔਰ ਦੇਣਾ, ਉਹ ਖੜ ਕੇ ਦੇ ਹੁੰਦਾ, ਭੱਜ ਕੇ ਨਹੀਂ ਦੇ ਹੁੰਦਾ। ਤੇ ਇੱਥੇ ਇਹ ਲੋਕ ਪੂਰੀ ਤਰ੍ਹਾਂ ਫੇਲ ਹੋਏ ਨੇ। ਔਰ ਮੈਂ ਇੱਥੇ ਇੱਕ ਗੱਲ ਹੋਰ ਕਰਨਾ ਚਾਹੁੰਦਾ, ਮੈਂ ਕਿਉਂਕਿ ਇਲੈਕਸ਼ਨ ਫੇਰ ਆਉਣ ਵਾਲੇ ਨੇ, ਮੈਂ ਇੱਕ ਤੁਹਾਡੇ ਰਾਹੀਂ ਧੁੰਨਾ ਸਾਹਿਬ ਬੇਨਤੀ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਆਉਣ ਵਾਲੇ ਇਲੈਕਸ਼ਨ ਕਿਸੇ ਪਾਰਟੀ ਨੂੰ ਸੋਚ ਸਮਝ ਕੇ ਦੇਣ ਦੀ ਬਜਾਏ ਤੁਸੀਂ ਆਪਣੇ ਕੈਂਡੀਡੇਟ ਨੂੰ ਦੇਖ ਕੇ ਜ਼ਰੂਰ ਦਿਓ ਉਹ ਕਿੰਨਾ ਕੁ ਪੜ੍ਹਿਆ ਲਿਖਿਆ ਆ। ਉਹਦਾ ਕਾਰਨ ਇਹ ਆ ਕਿ ਜਿਹੜਾ ਮੋਦੀ ਸਾਹਿਬ ਨੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਅਸੀਂ ਉਸ ਅਹੁਦੇ ਦੀ ਰਿਸਪੈਕਟ ਵੀ ਕਰਦੇ ਹਾਂ। ਮੈਂ ਦੱਸਣਾ ਚਾਹੁੰਦਾ ਕਿ ਅਡਾਨੀ ਗਰੁੱਪ ਨੂੰ ਸਾਡੇ ਦੇਸ਼ ਦੇ 4 ਮੇਨ 에ਅਰਪੋਰਟ 50 ਸਾਲ ਦੀ ਲੀਜ਼ ਤੇ ਦੇ ਦਿੱਤੇ ਗਏ ਨੇ। ਹੁਣ ਦੁਬਾਰਾ ਨਵੇਂ 8 에ਅਰਪੋਰਟ, ਉਹਨਾਂ ਦੀ ਬਚੀ ਹੋਈ ਜਿਹੜੀ 30 ਤੋਂ 35% ਹਿੱਸੇਦਾਰੀ ਆ, ਉਹ ਵੀ ਸਰਕਾਰ ਵੇਚਣ ਜਾ ਰਹੀ ਹੈ। ਸ਼ਰਮਾ ਜੀ, ਇਹ ਗੱਲਾਂ ਨਾ ਮੈਂ ਕਹਿ ਸਕਦਾ ਵਾਂ, ਤੁਸੀਂ ਕਹਿੰਦੇ ਹੋ, ਮੈਂ ਕਹੂੰਗਾ ਇੱਕ ਅੱਧਾ ਬੰਦਾ ਹੋਰ ਜਾਂ ਹੋਰ ਕਈ ਲੋਕ ਕਹਿਣਗੇ ਕੈਮਰੇ ਅੱਗੇ ਵੀ ਕੈਂਡੀਡੇਟ ਚੁਣ ਕੇ ਭੇਜੋ। ਕਹਿੰਦਾ ਭਾਵ ਵੀ ਆਪਾਂ ਅਕਾਲੀ ਕਾਂਗਰਸੀ ਨਾ ਦੇਖੀਏ, ਬੰਦਾ ਦੇਖੀਏ। ਪਰ ਐਡਾ ਖਲਾਅ ਪੈਦਾ ਹੋਇਆ, ਕਿਸਾਨੀ ਅੰਦੋਲਨ ਚੱਲਿਆ, 9 ਤੋਂ 10 ਮਹੀਨੇ ਸਾਨੂੰ ਉੱਥੇ ਕਿਸਾਨੀ ਅੰਦੋਲਨ ਨੂੰ ਹੋ ਗਏ। ਬੀਜੇਪੀ ਫੇਰ ਸੀਟਾਂ ਜਿੱਤ ਗਈ। ਸੁਖਬੀਰ ਬਾਲ ਦੀ ਰੈਲੀ ਤੇ ਉਹਨਾਂ ਇਕੱਠ ਹੋ ਰਿਹਾ ਵਾ, ਕੈਪਟਨ ਦੀਆਂ ਰੈਲੀਆਂ ਤੇ ਉਹਨਾਂ ਇਕੱਠ ਹੋ ਰਿਹਾ ਵਾ, ਆ ਝਾੜੂ ਵਾਲੇ ਰੈਲੀ ਕਰਦੇ ਆ ਉੱਥੇ ਉਹਨਾਂ ਇੱਕ ਢੋਲ ਤੇ ਡਗਾ ਵਜਾਇਆ ਜਾ ਰਿਹਾ। ਕਿੱਥੇ ਖੜੇ ਆ ਅਸੀਂ? ਦੇਖੋ ਜੀ, ਮੈਂ ਇਹ ਸਮਝਦਾ ਕਿ ਅਸੀਂ ਅੱਜ ਉੱਥੇ ਹੀ ਖੜੇ ਆ ਜਿੱਥੇ ਅੱਜ ਤੋਂ ਕਿਤੇ 30-40 ਸਾਲ ਪਹਿਲਾਂ ਆ ਕੇ ਖੜ ਗਏ ਸੀਗੇ। ਜਦੋਂ ਸਾਡੇ ਜਿਹੜੇ ਵੱਡੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਲੜਾਈਆਂ ਲੜੀਆਂ, ਅੱਜ ਅਸੀਂ ਫੇਰ ਉਸ ਸਟੇਜ ਤੇ ਆ ਕੇ ਖੜੇ ਆ। ਜੇ ਲੜਾਈ ਲੜੀ ਜਾਂਦੀ ਆ ਤੇ ਉਹ ਲੜਾਈ ਦਾ ਨਾ ਸਿਰ ਆ ਨਾ ਮੂੰਹ ਆ, ਸਾਨੂੰ ਸਮਝ ਨਹੀਂ ਆਉਂਦੀ। ਦੇਖੋ, ਇਹ ਮੈਂ ਸਮਝਦਾ ਕਿ ਜਿਹੜਾ ਸਾਨੂੰ ਪੜ੍ਹਨ ਨਹੀਂ ਦਿੱਤਾ ਜਾ ਰਿਹਾ, ਰਾਈਟ ਟੂ ਐਜੂਕੇਸ਼ਨ ਨਾਮ ਆ ਗਿਆ ਵਾ, ਇਹ ਲਾਅ ਬਹੁਤ ਬਣ ਗਏ, ਕਾਨੂੰਨ ਬਹੁਤ ਬਣ ਗਏ, ਪਰ ਨਾ ਤੇ ਇਹਨਾਂ ਨੂੰ ਲਾਗੂ ਕਰਨ ਵਾਲਾ, ਨਾ ਲਾਗੂ ਕਰਵਾਉਣ ਵਾਲਾ, ਨਾ ਮੰਨਣ ਵਾਲੇ, ਨਾ ਮਨਾਉਣ ਵਾਲਾ। ਅੱਜ ਮੈਂ ਸਮਝਦਾ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਜਿਹੜੀ ਆ ਗਰੀਬੀ ਨਹੀਂ ਆ। ਗਰੀਬੀ ਇੱਕ ਬਹੁਤ ਵੱਡਾ ਕਾਰਨ ਆ, ਪਰ ਜਿਹੜੀ ਅਨਐਜੂਕੇਸ਼ਨ ਆ ਉਹ ਸਭ ਤੋਂ ਵੱਡਾ ਕਾਰਨ ਆ। ਦੇਖੋ, ਇਹ ਲੀਡਰਾਂ ਨੇ ਕਦੀ ਵੀ ਸਾਨੂੰ ਪੜ੍ਹਨ ਨਹੀਂ ਦੇਣਾ। ਜੇ ਪੜ੍ਹਨ ਦੇਤਾ ਸਾਨੂੰ ਅਕਲ ਆ ਜਾਣੀ ਆ, ਅਕਲ ਆ ਗਈ ਤੇ ਅਸੀਂ ਆਪਣੇ ਅਧਿਕਾਰ ਮੰਗਣੇ ਆ, ਅਧਿਕਾਰ ਮੰਗੇ ਤੇ ਇਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਹੋ ਜਾਣਾ। ਤੇ ਧੁੰਨਾ ਸਾਹਿਬ, ਐਜੂਕੇਸ਼ਨ ਤੁਸੀਂ ਇਹ ਦੇਖੋ, ਪੰਜਾਬ ਦੀ ਗੱਲ ਕਰ ਲਓ, ਇੰਡੀਆ ਨੂੰ ਛੱਡ ਦਿਓ। ਪੰਜਾਬ ਦੇ ਵਿੱਚ ਪੰਜਾਬ ਬੋਰਡ ਵੀ ਹੈਗਾ, CBSE ਹੈਗਾ, ICSE ਹੈਗਾ। ਯਾਰ, ਇਹ ਦੱਸੋ ਇਹਦਾ ਮਤਲਬ 3 ਤਰ੍ਹਾਂ ਦੀ ਐਜੂਕੇਸ਼ਨ ਤੇ ਸਰਕਾਰੀ ਹੋਗੀ ਕਿ ਇਹ ਇੱਕ ਐਜੂਕੇਸ਼ਨ ਪੂਰੇ ਪੰਜਾਬ 'ਚ ਨਹੀਂ ਤੁਰ ਸਕਦੀ। ਮੈਂ ਇਸ ਗੱਲ ਦਾ ਮੈਂ ਸ਼ੁਰੂ ਤੋਂ ਵਿਰੋਧੀ ਰਿਹਾ ਵਾਂ ਕਿ ਮਤਲਬ ਜਿਹੜਾ ਗਰੀਬ ਆ ਉਹ ਪੰਜਾਬ ਸਕੂਲ ਵਾਲਾ ਹੋ ਗਿਆ, ਜਿਹੜਾ ਮਿਡਲ ਕਲਾਸ ਆ ਉਹ CBSE ਹੋ ਗਿਆ, ਜਿਹੜਾ ਉਹ ਤੋਂ ਅਪਰ ਕਲਾਸ ਆ ਉਹ ICCA ਬੋਰਡ ਹੋ ਗਿਆ, ਇੰਟਰਨੈਸ਼ਨਲ ਬੋਰਡ ਹੋ ਗਿਆ। ਤੇ ਇਹਦਾ ਮਤਲਬ ਤੁਸੀਂ ਖੁਦ ਹੀ 3 ਕੈਟਾਗਰੀ 'ਚ ਬੱਚਿਆਂ ਨੂੰ ਵੰਡਤਾ ਤੇ ਵੱਡਿਆਂ ਨੂੰ ਤੇ ਪਹਿਲੇ ਹੀ ਵੰਡੇ ਪਏ ਨੇ ਉਹ ਤਾਂ। ਤੇ ਇਹ ਜਿਹੜੀ ਐਜੂਕੇਸ਼ਨ ਸਿਸਟਮ ਆ, ਇਹ 'ਤੇ ਵਰਕ ਕਰਨਾ ਬਹੁਤ ਜ਼ਰੂਰੀ ਆ। ਔਰ ਇਹ 'ਤੇ ਵਰਕ ਉਹ ਕਰੇਗਾ ਜਿਹੜਾ ਆਪ ਪੜ੍ਹਿਆ ਲਿਖਿਆ ਹੋਵੇ, ਗਰੀਬੀ ਤੋਂ ਉੱਠਿਆ ਹੋਵੇ, ਔਰ ਜਿਹਦੀ ਨੀਤ ਤੇ ਨੀਅਤ ਦੋਨੇ ਸਾਫ਼ ਹੋਣ। ਆਖਰੀ ਸਵਾਲ ਲਊਂਗਾ, ਬੀਤੇ ਦਿਨੀ ਸੁਖਬੀਰ ਬਾਦਲ ਹੋਣਾ ਨੇ ਐਲਾਨ ਕੀਤਾ ਵੀ ਜਲਾਲਾਬਾਦ ਤੋਂ ਉਹ ਚੋਣ ਲੜਨਗੇ। ਉਹ ਮੌਜੂਦਾ ਫਿਰੋਜ਼ਪੁਰ ਤੋਂ MP ਹੈਗੇ ਨੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਮੈਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਟਿਆਲੇ ਤੋਂ ਵਿਧਾਇਕ ਸਨ, ਤਾਂ ਉਹਨਾਂ ਨੇ ਇਲੈਕਸ਼ਨ ਲੜੀ ਅੰਮ੍ਰਿਤਸਰ ਵਿੱਚ ਜਾ ਕੇ ਅਰੁਣ ਜੇਤਲੀ ਹੋਰਾਂ ਦੇ ਖਿਲਾਫ, ਤਾਂ ਉੱਥੋਂ ਚੋਣ ਜਿੱਤੇ। ਤਾਂ ਪਟਿਆਲੇ ਜਿਮਨੀ ਚੋਣ ਹੋਈ ਤਾਂ ਉੱਥੇ ਪਰਨੀਤ ਕੌਰ ਹੋਰੀ ਜਿੱਤੇ। ਉਸ ਤੋਂ ਬਾਅਦ ਕੀ ਹੁੰਦਾ ਵਾ,
ਕੈਪਟਨ ਅਮਰਿੰਦਰ ਸਿੰਘ ਹੋਰੀ 2017 ਵਿੱਚ ਪਟਿਆਲਾ ਤੋਂ ਲੋਕ ਸਭਾ ਵਿਧਾਇਕ ਦੀ ਚੋਣ ਲੜਦੇ ਆ ਤਾਂ ਅੰਮ੍ਰਿਤਸਰ ਜ਼ਿਮਨੀ ਚੋਣ ਹੁੰਦੀ ਆ। ਇਸ ਤਰ੍ਹਾਂ ਜਲਾਲਾਬਾਦ ਤੋਂ ਸੁਖਵੀਰ ਬਾਦਲ ਵਿਧਾਇਕ ਸੀਗੇ, ਫਿਰੋਜ਼ਪੁਰ ਦੀ ਚੋਣ ਲੜੀ, ਜਲਾਲਾਬਾਦ ਦੀ ਉਪ ਚੋਣ ਹੋਈ ਤੇ ਹੁਣ ਦੁਬਾਰਾ ਐਲਾਨ ਕਰਦੇ ਜਲਾਲਾਬਾਦ ਤੋਂ ਚੋਣ ਲੜਨਗੇ। ਇਟ ਮੀਨ ਜੇ ਮੰਨ ਲਓ ਕੱਲ ਨੂੰ ਜਿੱਤੇ ਜਾਂਦੇ ਨੇ ਤਾਂ ਫਿਰੋਜ਼ਪੁਰ ਉਪ ਚੋਣ ਹੋਏਗੀ। ਭਗਵੰਤ ਮਾਨ ਹੋਰਾਂ ਨੇ ਵੀ ਇਦਾਂ ਕੀਤਾ ਸੀ, ਜਲਾਲਾਬਾਦ ਜਾ ਕੇ ਪੰਗਾ ਲਿਆ ਸੀ, ਜੇ ਉਹ ਜਿੱਤੇ ਜਾਂਦੇ ਉੱਥੇ ਵੀ ਜ਼ਿਮਨੀ ਚੋਣ ਹੋਣੀ ਸੀ। ਇਹ ਜ਼ਿਮਨੀ ਚੋਣ ਦਾ ਖਰਚਾ ਤੁਹਾਡੇ ਮੋਢਿਆਂ ਤੇ ਪੈਂਦਾ, ਜਿਹੜੇ ਸੈਸ ਸੁਸਤਾ ਮੈਨੂੰ ਨਾ ਕੁਝ ਵੀ ਨਹੀਂ ਹੈਗੇ ਦੇ ਸਾਹਮਣੇ। ਇਹਦਾ ਕੀ ਹੱਲ ਚਾਹੀਦਾ, ਕੀ ਹੱਲ ਤੁਸੀਂ ਮੰਨਦੇ ਹੋ ਵੀ ਜਿਹੜਾ ਇਹ ਲੀਡਰ ਨੇ ਆਪਣੀ ਕੁਰਸੀ ਖਾਤਰ ਸਾਨੂੰ ਬੇਵਕੂਫ ਬਣਾ ਰਹੇ ਨੇ, ਸਾਡੇ ਪੈਸਿਆਂ ਦੀ ਬਰਬਾਦੀ ਕਰਦੇ ਨੇ? ਜੀ ਇਹਦਾ ਸਭ ਤੋਂ ਸਿੰਪਲ ਆ ਜੀ, ਇਹਦਾ ਬੜਾ ਸਿੰਪਲ ਹੱਲ ਆ। ਇਹਦਾ ਹੱਲ ਮੈਂ ਪਹਿਲਾਂ ਮੈਂ ਤੇ ਇਹ ਰਿਟਨ ਦੇ ਵਿੱਚ ਮੈਂ ਮੇਲ ਵੀ ਕੀਤੀਆਂ ਨੇ, ਜਿਹੜੀ ਹਾਈ ਅਥਾਰਟੀਜ਼ ਨੇ ਇੰਡੀਆ ਦੀਆਂ, ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਕੀਤੀਆਂ ਨੇ। ਮੈਂ ਉਹਨਾਂ ਨੂੰ ਇੱਕ ਪਲਾਨ ਬਣਾ ਕੇ ਭੇਜਿਆ ਸੀ ਬਕਾਇਦਾ। ਉਹ ਕੀ ਸੀਗਾ, ਮੋਦੀ ਸਾਹਿਬ ਨੇ ਵੀ 2 ਜਗ੍ਹਾ ਤੋਂ ਇਲੈਕਸ਼ਨ ਲੜੀ ਸੀ, ਰਾਹੁਲ ਗਾਂਧੀ ਜੀ ਨੇ ਵੀ 2 ਜਗ੍ਹਾ ਤੋਂ ਇਲੈਕਸ਼ਨ ਲੜੀ ਸੀ। ਦੇਖੋ ਹੁਣ ਇੱਕ ਬੰਦਾ ਮੰਨ ਲਓ ਦੋਨੇ ਜਗ੍ਹਾ ਜਿੱਤ ਗਿਆ, ਇੱਕ ਮੋਸਟਲੀ ਇੱਕ ਤੋਂ ਹਾਰਦਾ ਹੁੰਦਾ, ਤੇ ਮੋਦੀ ਸਾਹਿਬ ਦੋਨੇ ਜਗ੍ਹਾ ਤੋਂ ਜਿੱਤ ਗਏ ਸੀਗੇ, ਇੱਕ ਸੀਟ ਉਹਨੂੰ ਛੱਡਣੀ ਪਈ। ਅੱਛਾ ਮੈਨੂੰ ਦੱਸੋ ਇਹ ਕਿਹੜਾ ਟੇਸਟ ਆ? ਇਹਦਾ ਇੱਕੋ ਹੀ ਹੱਲ ਆ। ਨੰਬਰ 1, ਸਭ ਤੋਂ ਪਹਿਲਾਂ ਜਿਹੜਾ ਬੰਦਾ ਪਹਿਲਾਂ ਮੌਜੂਦਾ MP ਜਾਂ MLA ਹੈਗਾ, ਅਗਰ ਉਹ ਦੂਜੀ ਜਗ੍ਹਾ ਤੋਂ ਲੜਨਾ ਚਾਹੁੰਦਾ ਤੇ ਉਹਨੂੰ ਮੌਜੂਦਾ ਆਪਣੇ MP MLA ਤੋਂ ਇਸਤੀਫਾ ਦੇਣਾ। ਇਹਨਾਂ ਨੇ ਇੱਥੇ ਹੀ ਉਹਨਾਂ ਦੀ ਜਾਨ ਮਰ ਜਾਣੀ, ਇਹਨਾਂ ਦੀ ਜਾਨ ਨਿਕਲ ਜਾਣੀ ਇਹਨਾਂ ਦੀ। ਅੱਛਾ ਜਦੋਂ ਉਹ ਇਸਤੀਫਾ ਦਊਗਾ ਉਹਦੇ ਉੱਤੇ ਇਹ ਲਾਗੂ ਕਰ ਦਿੱਤਾ ਜਾਵੇ ਵੀ ਇੱਥੇ ਜਿਹੜੇ ਉਪ ਚੁਣਾਵ ਹੋਣੇ ਉਹ ਤੇਰੇ ਕਰਕੇ ਹੋਣ ਲੱਗੇ ਆ ਤੇ ਇਹਦਾ ਖਰਚਾ ਤੂੰ ਦੇ। ਤੇ ਉਹ ਕਦੀ ਵੀ ਇਸ ਪਾਸੇ ਨਹੀਂ ਜਾਊਗੇ, ਕਿਉਂਕਿ ਉਹ ਭਾਜੀ ਹੱਲਾਸ਼ੇਰੀ 'ਚ ਇਲੈਕਸ਼ਨ ਲੜਦੇ ਨੇ। ਮੰਨ ਲਓ ਮੈਂ MP ਆ ਲੁਧਿਆਣੇ ਤੋਂ ਤੇ ਮੈਂ ਹੁਣ ਇਲੈਕਸ਼ਨ ਲੜਨੀ ਆ ਜਾ ਕੇ ਜਲੰਧਰ, ਯਾਰ ਬਾਈ ਚਾਂਸ ਮੈਂ ਜਲੰਧਰ ਜੇ ਤੇ ਜਿੱਤ ਗਿਆ ਤੇ ਮੇਰਾ ਕੱਦ ਬਹੁਤ ਵੱਡਾ ਹੋ ਜਾਣਾ। ਲੁਧਿਆਣੇ ਨੇ ਵੀ ਜਿਤਾਤਾ, ਜਲੰਧਰ ਨੇ ਵੀ ਜਿਤਾਤਾ। ਬਾਈ ਚਾਂਸ ਮੈਂ ਜਲੰਧਰ ਤੋਂ ਹਾਰ ਗਿਆ ਤੇ ਮੈਨੂੰ ਪਰਵਾਹ ਕੀ ਆ, ਮੈਂ ਲੁਧਿਆਣੇ ਦਾ MP ਤੇ ਹੈਗਾ ਆ, ਜਿਵੇਂ ਰਵਨੀਤ ਬਿੱਟੂ ਹੋਰਾਂ ਨੇ ਕੀਤਾ ਸੀਗਾ। ਇਹ ਸਾਰੇ ਟੋਟਲ ਜਿਹੜੇ ਨੇ ਇਹ ਸਿਸਟਮ ਜਿਹੜਾ ਵਾ ਇਹ ਚੇਂਜ ਹੋਣਾ ਚਾਹੀਦਾ। ਜਿਹਨੂੰ ਕੋਈ ਨਵੀਂ ਇਲੈਕਸ਼ਨ, ਦੇਖੋ ਭਾਰਤ ਆਜ਼ਾਦ ਆ, ਤੁਹਾਡਾ ਜਿੱਥੋਂ ਦਿਲ ਕਰਦਾ ਤੁਸੀਂ ਜਾ ਕੇ ਲੜੋ, ਮੈਂ ਤੇ ਇਸ ਗੱਲ ਤੋਂ ਤੇ ਆਪਾਂ ਵਿਰੋਧੀ ਨਹੀਂ ਹੈਗੇ, ਲੜਨਾ ਚਾਹੀਦਾ ਹੈ। ਲੇਕਿਨ ਤੁਸੀਂ ਪਹਿਲੀ ਚੀਜ਼ ਜਿਹੜੀ ਛੱਡ ਕੇ ਜਾ ਰਹੇ ਆ ਨਾ, ਇਹਦਾ ਮਤਲਬ ਪਹਿਲਾਂ ਤੇ ਉਸ ਲੋਕਾਂ ਨਾਲ ਧੋਖਾ ਹੋ ਗਿਆ ਵੀ ਉਹਨਾਂ ਨੇ ਤੁਹਾਨੂੰ ਚੁਣਿਆ ਤੇ ਹੁਣ ਤੁਸੀਂ ਉਹਨਾਂ ਨੂੰ ਛੱਡ ਕੇ ਜਾ ਰਹੇ ਆ। ਅੱਛਾ ਜੇ ਹੁਣ ਛੱਡ ਕੇ ਜਾ ਰਹੇ ਫਿਰ ਪੈਨਲਟੀ ਤੇ ਦੇ ਕੇ ਜਾਓ ਯਾਰ। ਉਹ ਪੈਨਲਟੀ ਜਿਹੜੀ ਆ ਬਿਲਕੁਲ 101% ਜਿਹੜਾ ਇਲੈਕਸ਼ਨ ਖਰਚਾ ਆ ਉਹ ਸਾਰਾ ਉਸ ਕੈਂਡੀਡੇਟ ਦੇ ਉੱਤੇ ਪਾ ਦੇਣਾ ਚਾਹੀਦਾ, ਜਿਹਦੇ ਕਰਕੇ ਇਹ ਇਲੈਕਸ਼ਨ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਨਾ ਸਾਹਿਬ। ਸੋ ਇਹ ਸਨ ਅਜੇ ਸ਼ਰਮਾ, ਜਿਹੜੇ RT ਐਕਟਿਵਿਸਟ ਹੈਗੇ ਨੇ। ਉਹਨਾਂ ਨੇ ਗੱਲ ਕੀਤੀ ਹੈ ਬਿਜਲੀ ਬਿੱਲ ਬਾਰੇ, ਦੱਸਿਆ ਵਾ ਹਲੇ ਤਾਂ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਪੁਰਾਣੀਆਂ ਜਿਹੜੀਆਂ ਕੰਪਨੀਆਂ ਨੇ ਇਕਰਾਰ ਕੀਤੇ ਸੀਗੇ ਉਹਦੇ ਕਰਕੇ ਸਾਨੂੰ ਜਿਹੜੀ ਬਿਜਲੀ ਯੂਨਿਟ ਹੈ ਉਹ ਮਹਿੰਗੀ ਮਿਲਦੀ ਹੈ, ਪਰ ਉਸ ਤੋਂ ਉੱਪਰ ਜਾ ਕੇ ਜਿਹੜਾ ਪਰ ਯੂਨਿਟ ਤੁਹਾਨੂੰ ਵਾਧੂ ਟੈਕਸ ਦੇਣੇ ਪੈਂਦੇ ਨੇ। ਕਾਊ ਟੈਕਸ ਹੋ ਗਿਆ, ਮਿਊਨਿਸਪਲ ਟੈਕਸ, ਮਿਊਨਿਸਪਲ ਸਾਨੂੰ ਕਾਰਪੋਰੇਸ਼ਨ ਦੇ ਅਲੱਗ ਤੋਂ ਟੈਕਸ ਦੇਣੇ ਪੈ ਰਹੇ ਨੇ, ਪਰ ਇੱਥੇ ਜਿਹੜਾ ਬਿਜਲੀ ਦਾ ਬਿੱਲ ਹੈ। ਸੋ ਇਹਨਾਂ ਨੇ ਸ਼ਰਮਾ ਜੀ ਨੇ ਮੈਨੂੰ ਪਹਿਲਾਂ ਚਰਚਾ ਵਿੱਚ ਦੱਸਿਆ ਸੀਗਾ, ਮੈਨੂੰ ਕੋਈ ਚਰਚਾ ਹੋਈ ਤਾਂ ਉਹ ਕਹਿੰਦੇ ਜਿਹੜਾ ਅਸੀਂ ਇਲੈਕਟ੍ਰੋਨਿਕ ਬਿੱਲ ਕੱਢਦੇ ਹਾਂ, ਜਿਹੜਾ ਨੰਬਰ ਜਾਂ ਈਮੇਲ ID ਰਜਿਸਟਰ ਹੁੰਦਾ ਵਾ, ਉਹਦੇ ਵਿੱਚ ਸਾਰੇ ਜਿਹੜੇ ਮਾਪਦੰਡ ਨੇ, ਜਿਹੜੀ ਸਾਰੀਆਂ ਇਹ ਕੈਲਕੂਲੇਸ਼ਨਸ ਨੇ ਇਹ ਸਾਹਮਣੇ ਆਉਂਦੀਆਂ। ਜਿਹੜਾ ਆਹ ਕੱਚਾ ਬਿੱਲ ਹੈਗਾ, ਜਿਹੜਾ ਸਾਡੇ ਪੁਰਾਣੇ ਸਮੇਂ ਤੋਂ ਸਾਨੂੰ ਆਹ ਲਾਲ ਰੰਗ ਦਾ ਨਜ਼ਰ ਆ ਰਿਹਾ, ਇਹਦੇ ਵਿੱਚ ਕੋਈ ਕੈਲਕੂਲੇਸ਼ਨ ਨਹੀਂ ਹੈਗੀ। ਇਹ ਸਿੱਧਾ ਤੁਹਾਨੂੰ ਬਿੱਲ ਪਾ ਕੇ ਟੈਕਸ ਟੁਕਸ ਪਾ ਕੇ ਤੁਹਾਡੇ ਤੋਂ ਬਿੱਲ ਹੈ ਜਿਹੜਾ ਉਹ ਵਸੂਲ ਲਿਆ ਜਾਂਦਾ ਵਾ। ਸੋ ਕੈਪਟਨ ਸਰਕਾਰ ਦੇ ਵਾਅਦੇ ਦੀ ਗੱਲ ਕਰਦੇ ਆ, ਸੋ ਵਾਅਦੇ ਜਿਉਂ ਦੇ ਤਿਉਂ ਹੀ ਹੈਗੇ ਨੇ। 2500 ਜਿਹੜਾ ਭੱਤੇ ਦੀ ਗੱਲ ਕਰ ਲਓ, ਭੱਤੇ ਦੀ ਉਹੀ ਗੱਲ ਹੈ, ਉੱਥੇ ਖੜਾ ਵਾ। ਕਰਜ਼ਾ ਮਾਫੀ ਦੀ ਗੱਲ ਵੀ ਉੱਥੇ ਖੜੀ ਹੈ। ਸੋ ਸਭ ਤੋਂ ਵੱਡੀ ਗੱਲ ਹੈ ਜਿਹੜਾ ਢੋਲ ਡਗਾ ਵਜਾਇਆ ਗਿਆ ਸੀਗਾ ਵੀ ਮਹਿਲਾਵਾਂ ਨੂੰ ਬੱਸ ਕਿਰਾਇਆ ਮਾਫ ਕੀਤਾ ਜਾਂਦਾ, ਸੋ ਤੇ ਕੋਈ ਕਲੈਰਿਟੀ ਨਹੀਂ ਹੈਗੀ। AC ਬੱਸਾਂ ਨੂੰ ਕਲੈਰਿਟੀ ਨਹੀਂ ਹੈਗੀ, ਪਨ ਬੱਸ ਨੂੰ ਲੈ ਕੇ ਕਲੈਰਿਟੀ ਨਹੀਂ ਹੈਗੀ, ਪੈਪਸ ਨੂੰ ਲੈ ਕੇ ਕਲੈਰਿਟੀ ਨਹੀਂ ਹੈਗੀ। ਸੋ ਸ਼ਰਮਾ ਜੀ ਨੇ ਵੀ ਗੱਲ ਕੀਤੀ, ਜਿਹੜੇ ਬਾਈ ਇਲੈਕਸ਼ਨ ਲੜਦੇ ਨੇ ਉਹਨਾਂ ਜਿਹੜਾ ਉਮੀਦਵਾਰ ਜਿਨ੍ਹਾਂ ਕਰਕੇ ਇਹ ਬਾਈ ਇਲੈਕਸ਼ਨ ਹੋ ਰਹੀ ਹੈ ਉਹਨਾਂ ਉੱਤੇ ਸਾਰਾ ਖਰਚਾ ਥੋਪ ਦੇਣਾ ਚਾਹੀਦਾ, ਤਾਂ ਜਿਹੜੇ ਇਹ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਬਾਹਲਾ ਉਹ ਸਮਝਦੇ ਨੇ, ਇਹ ਘਰੇ ਟਿਕ ਕੇ ਬੈਠ ਜਾਣਗੇ। ਇਹਨਾਂ ਨੂੰ ਲੋੜ ਨਹੀਂ ਪਊਗੀ ਹੋਰ ਕਿਤੇ ਜਾ ਕੇ ਪੰਗਾ ਲੈਣ ਦੀ। ਜਦੋਂ ਪਿਛਲਾ ਕਹਿ ਲਈਏ ਨਾ ਵੀ ਕਹਿਣਾ ਨਹੀਂ ਚਾਹੀਦਾ ਵੀ ਅਗਲਾ ਖਾਂਦਾ ਦੇ ਪਿੱਛੋਂ ਖੋ ਕੇ ਲੈ ਜਾਂਦਾ, ਜਦੋਂ ਅਜਿਹੀ ਸਥਿਤੀ ਆ ਜਾਊਗੀ ਤਾਂ ਇਹ ਲੀਡਰ ਜਿਹੜੇ ਘਰੇ ਟਿਕ ਕੇ ਬਹਿਣਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਦੇ।